ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਤੁਹਾਡਾ ਸੁਖਦੇਵ ਸਿੰਘ ਹੇਰਾਂ। ਆਓ ਅੱਜ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਐਤਵਾਰ ਆਪਾਂ ਆਪਸ ਵਿੱਚ ਵਿਚਾਰਾਂ ਦੀ ਸਾਂਝ ਪਾਈ ਸੀ ਵੀਡੀਓ ਰਾਹੀਂ, ਜਿਸ ਦੇ ਵਿੱਚ ਆਪਣੀ ਗੱਲਬਾਤ ਹੋਈ ਸੀ ਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ, ਉਸਦੇ ਹੁਕਮ ਤੋਂ ਬਿਨਾ, ਉਸਦੀ ਰਜ਼ਾ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲਦਾ। ਸਭ ਕੁਝ ਉਸਦੇ ਭਾਣੇ ਦੇ ਅੰਦਰ, ਉਸਦੀ ਰਜ਼ਾ ਦੇ ਵਿੱਚ, ਉਸਦੇ ਹੁਕਮ ਦੇ ਨਾਲ ਵਾਪਰ ਰਿਹਾ ਆ ਪੂਰੇ ਬ੍ਰਹਿਮੰਡ ਦੇ ਵਿੱਚ, ਤੇ ਸਾਡੀ ਧਰਤੀ ਦਾ ਇੱਕ ਛੋਟਾ ਜਿਹਾ ਹਿੱਸਾ ਆ। ਖੈਰ ਉਹ ਵੀਡੀਓ ਆਪਾਂ ਜਿੰਦ ਬਡਾਲੀ ਪੇਜ ਦੇ ਉੱਪਰ ਤੇ ਹੋਰ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪੇਜ ਆ, ਇਸ ਤੋਂ ਇਲਾਵਾ ਆਪਣੇ YouTube ਦਾ ਚੈਨਲ ਆ, ਉਹਨਾਂ ਦੇ ਉੱਪਰ ਸ਼ੇਅਰ ਕੀਤੀ ਸੀ। ਜਥਾ ਜਾਗੋ ਵਾਲਾ ਆਪਣਾ ਚੈਨਲ ਆ, ਉਹਦੇ ਉੱਤੇ ਸ਼ੇਅਰ ਕੀਤੀ। ਸੁਖਦੇਵ ਸਿੰਘ ਹੀਰਾ ਨਾਂ ਦਾ ਚੈਨਲ ਆ, ਉਹਦੇ ਤੇ ਸ਼ੇਅਰ ਕੀਤੀ ਸੀ। ਭਾਵ ਕਿ ਅਸੀਂ ਜਿੱਥੇ ਜਿੱਥੇ ਆਪਣੇ ਸੋਸ਼ਲ ਮੀਡੀਆ ਦੇ ਲਿੰਕ ਆ, ਉੱਥੇ ਉੱਥੇ ਉਹ ਸ਼ੇਅਰ ਕੀਤੀ ਸੀ। ਉਸ ਵੀਡੀਓ ਨੂੰ ਕਾਫੀ ਜ਼ਿਆਦਾ ਸੁਣਿਆ ਗਿਆ ਤੇ ਉਹਦੇ ਉੱਤੇ ਕਾਫੀ ਜ਼ਿਆਦਾ ਕਮੈਂਟ ਆਏ ਤੇ ਬਹੁਤ ਸਾਰੇ ਵੀਰਾਂ ਨੇ ਕਿਹਾ ਕਿ ਉਹਨਾਂ ਕਮੈਂਟਾਂ ਦਾ ਜਿਹੜਾ ਆ ਜਵਾਬ ਦੇਣਾ ਚਾਹੀਦਾ। ਅੱਜ ਵਾਲੀ ਵੀਡੀਓ ਜਿਹੜੀ ਆ ਆਪਾਂ ਉਹਨਾਂ ਕਮੈਂਟਾਂ ਦੇ ਜਵਾਬ ਦੇ ਵਾਸਤੇ ਜਿਹੜੀ ਆ ਬਣਾ ਰਹੇ ਆ। ਤੁਸੀਂ ਇਸ ਨੂੰ ਉਸ ਵੀਡੀਓ ਦਾ ਅਗਲਾ ਸਟੈਪ ਵੀ ਦੇਖ ਸਕਦੇ ਹੋ। ਆਓ ਗੱਲ ਹੁਣ ਕਰਦੇ ਹਾਂ ਕਿ ਸਾਡਾ ਜਿਹੜਾ ਜਿੰਦ ਬਡਾਲੀ ਗਰੁੱਪ ਆ, ਇਹ ਹਰ ਤਰ੍ਹਾਂ ਦੇ ਕਮੈਂਟਾਂ ਦਾ ਜਵਾਬ ਨਹੀਂ ਦਿੰਦਾ। ਅਸੀਂ ਕਮੈਂਟ ਕਰਨ ਵਾਲੇ ਬੰਦਿਆਂ ਨੂੰ ਸਮੇਂ ਦੀ ਘਾਟ ਹੋਣ ਕਾਰਨ 3 ਕੈਟਾਗਰੀਆਂ ਵਿੱਚ ਵੰਡਿਆ ਹੋਇਆ, 3 ਹਿੱਸਿਆਂ ਵਿੱਚ। ਪਹਿਲਾ ਹਿੱਸਾ ਤਾਂ ਉਹ ਆ ਜਿਨ੍ਹਾਂ ਲੋਕਾਂ ਦੇ DNA ਦੇ ਵਿੱਚ ਹੀ ਨੁਕਸ ਆ, ਜਿਨ੍ਹਾਂ ਦੇ DNA ਦੇ ਵਿੱਚ ਨੁਕਸ ਆ, ਉਹਨਾਂ ਨੂੰ ਅਸੀਂ ਨਹੀਂ ਬਦਲ ਸਕਦੇ। ਅਸੀਂ ਉਹਨਾਂ ਦੇ ਕਿਸੇ ਵੀ ਕਮੈਂਟ ਦਾ ਜਵਾਬ ਨਹੀਂ ਦਿੰਦੇ। ਹਾਂ, ਕਦੀ ਕਦੀ ਜਿੱਦਾਂ ਸਮਾਂ ਹੋਵੇ ਤਾਂ ਹਾਸੇ ਮਜ਼ਾਕ ਦੇ ਵਿੱਚ ਜ਼ਰੂਰ ਉਹਨਾਂ ਦੇ ਕਿਸੇ ਨਾ ਕਿਸੇ ਕਮੈਂਟ ਦਾ ਜਿਹੜਾ ਆ ਜਵਾਬ ਦੇ ਲਈਦਾ ਆ, ਲੇਕਿਨ ਜ਼ਰੂਰੀ ਨਹੀਂ ਸਮਝੀਦਾ। ਉਸ ਤੋਂ ਬਾਅਦ ਨੇ ਦੂਸਰੀ ਕਿਸਮ ਦੇ ਲੋਕ ਜਿਨ੍ਹਾਂ ਦੇ DNA ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਗੀ, ਉਹਨਾਂ ਦੇ ਵੱਡੇ ਵਡੇਰਿਆਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਗੀ, ਲੇਕਿਨ ਉਹਨਾਂ ਦਾ ਜਿਹੜਾ ਬਾਹਰੀ ਮਾਹੌਲ ਮਿਲਿਆ ਹੋਇਆ ਆ, ਉਸ ਮਾਹੌਲ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਣਾ ਦਿੱਤਾ ਆ ਕਿ ਉਹ ਸ਼ੱਕੀ ਸੁਭਾਅ ਦੇ ਹੋ ਗਏ ਨੇ। ਉਹ ਹਰ ਗੱਲ ਨੂੰ ਜਿਹੜਾ ਆ ਸ਼ੱਕ ਦੀ ਨਜ਼ਰ ਵਿੱਚ ਰੱਖ ਕੇ ਦੇਖਦੇ ਨੇ ਤੇ ਤਰਕਵਾਦੀ ਕਹਿ ਲਓ ਹੋ ਗਏ ਨੇ, ਤੇ ਤਰਕਾਂ ਨੂੰ ਕਰਦਿਆਂ ਕਰਦਿਆਂ ਉਹ ਪਤਾ ਹੀ ਨਹੀਂ ਲੱਗਾ ਕਦੋਂ ਕੁਤਰਕ ਵਾਲੇ ਪਾਸੇ ਜਿਹੜੇ ਆ ਚਲੇ ਗਏ ਆ। ਤੇ ਉਹਨਾਂ ਵੀਰਾਂ ਨੂੰ ਕਦੀ ਕਦੀ ਜਵਾਬ ਦੇ ਕੇ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਨੂੰ ਪਿੱਛੇ ਮੋੜਿਆ ਜਾਵੇ। ਬਾਕੀ ਉਹਨਾਂ ਦੀ ਆਪਣੀ ਮਰਜ਼ੀ ਆ, ਉਹਨਾਂ ਨੇ ਮੁੜਨਾ ਜਾਂ ਨਹੀਂ ਮੁੜਨਾ। ਤੀਸਰੀ ਕੈਟਾਗਰੀ ਉਹਨਾਂ ਲੋਕਾਂ ਦੀ ਆ ਜਿਹੜੇ ਜਗਿਆਸੂ ਨੇ, ਜਿਨ੍ਹਾਂ ਦੇ ਅੰਦਰ ਇੱਕ ਚਾਹਤ ਆ ਕਿਸੇ ਵੀ ਹੋਈ ਗੱਲ ਦੇ ਵਾਸਤੇ, ਉਹਨੂੰ ਜਾਣਨ ਦੀ। ਉਹਨਾਂ ਦੇ ਅੰਦਰ ਜਦੋਂ ਕੋਈ ਗੱਲਬਾਤ ਸੁਣਦੇ ਆ, ਕੁਛ ਇੱਕ ਸਵਾਲ ਪੈਦਾ ਹੁੰਦੇ ਆ, ਫਿਰ ਉਹ ਉਹਨਾਂ ਸਵਾਲਾਂ ਦੇ ਜਵਾਬ ਲੱਭਦੇ ਆ, ਤੇ ਉਹ ਜਿਹੜੇ ਜਵਾਬ ਲੱਭਦੇ ਆ ਉਹਨਾਂ ਲੋਕਾਂ ਦੇ ਕਮੈਂਟਾਂ ਦਾ ਜਿਹੜਾ ਜਵਾਬ ਆ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਆ। ਅੱਜ ਦੀ ਵੀਡੀਓ ਵਿੱਚ ਵੀ ਉਹਨਾਂ ਦਾ ਹੀ ਜਵਾਬ ਦੇਵਾਂਗੇ। ਮੈਂ ਤੈਨੂੰ 1-2 ਮਿੰਟ ਦੇ ਵਿੱਚ ਕੁਛ ਇੱਕ ਜਿਹੜੇ ਕਮੈਂਟ ਆ ਉਹ ਸ਼ੇਅਰ ਕਰ ਦਿੰਦਾ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੋ ਜਿਹੇ ਜਿਹੜੇ ਆ ਸਵਾਲ ਕੀਤੇ ਗਏ ਆ, ਤੇ ਜਿਹੜੇ ਉਹਨਾਂ ਦੇ ਜਵਾਬ ਆ ਉਹ ਸਾਰਿਆਂ ਦੇ ਮੈਂ ਇੱਕੋ ਹੀ ਪੈਕੇਟ ਵਿੱਚ ਦਊਂਗਾ ਇਕੱਠੇ ਹੀ, ਤਾਂ ਜੋ ਵੀਡੀਓ ਬਹੁਤੀ ਲੰਮੀ ਨਾ ਹੋਵੇ। ਤਾਂ ਆਪਾਂ ਕੱਲੇ-ਕੱਲੇ ਕਮੈਂਟ ਦਾ ਜਵਾਬ ਨਹੀਂ ਦੇਵਾਂਗੇ। ਮੈਨੂੰ ਉਮੀਦ ਹੈ ਕਿ ਜਿਹੜੀ ਅਸੀਂ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ, ਇਹਦੇ ਵਿੱਚ ਉਹਨਾਂ ਸਾਰਿਆਂ ਵੀਰਾਂ ਨੂੰ ਕਾਫੀ ਹੱਦ ਤੱਕ ਜਵਾਬ ਮਿਲ ਜਾਣਗੇ। ਫਿਰ ਵੀ ਜੇਕਰ ਕਿਸੇ ਵੀਰ ਨੂੰ ਕੋਈ ਜਵਾਬ ਨਾ ਮਿਲੇ ਤਾਂ ਉਹ ਸਾਡੇ ਨਾਲ ਪਰਸਨਲ ਤੌਰ ਤੇ ਲਿੰਕ ਕਰਕੇ ਜਾਂ ਆਪਣਾ ਸਵਾਲ ਦੁਬਾਰਾ ਭੇਜ ਸਕਦਾ। ਸਿਰਫ ਉਹ ਵੀਰ ਜਿਹੜਾ ਜਗਿਆਸਾ ਬਸ ਸਵਾਲ ਕਰਨਾ ਚਾਹੁੰਦਾ, ਜਿਹੜਾ ਜਾਣਨਾ ਚਾਹੁੰਦਾ ਆ, ਤੇ ਅਸੀਂ ਆਉਂਦੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਹਦੇ ਸਵਾਲਾਂ ਦੇ ਵੀ ਜਵਾਬ ਦਈਏ। ਆਓ ਹੁਣ ਸਭ ਤੋਂ ਪਹਿਲਾਂ ਆਪਾਂ ਕਮੈਂਟਾਂ ਵੱਲ ਜਾਂਦੇ ਆ ਕਿ ਇਸ ਵੀਡੀਓ ਤੇ ਜਿਹੜੇ ਕਮੈਂਟ ਹੋਏ ਆ ਉਹਨਾਂ ਵਿੱਚ ਤਰ੍ਹਾਂ ਦੇ ਕਮੈਂਟ ਹੋਏ ਆ। ਇੱਕ ਵੀਰ ਦਾ ਕਮੈਂਟ ਆ ਜਸਵੀਰ ਸਿੰਘ ਦਾ, ਕਹਿੰਦਾ ਕਿ ਜਦੋਂ ਆਬਾਦੀ ਘੱਟ ਸੀ ਉਦੋਂ ਬੱਚੇ 12-12 ਸੀ, ਹੁਣ 1 ਜਾਂ 2 ਹਨ, ਹੁਣ 12-12 ਕਿਉਂ ਨਹੀਂ? ਕਿਸ ਦੀ ਮਰਜ਼ੀ ਹੈ, ਇਸ ਬਾਰੇ ਦੱਸਣਾ। ਤੇ ਉਸ ਤੋਂ ਇਲਾਵਾ ਜਿਹੜੇ ਆ ਇੱਕ ਵੀਰ ਨੇ ਕਮੈਂਟ ਕੀਤਾ ਆ ਕਿ ਉਹਦਾ ਨਾਂ ਨਹੀਂ ਆਪਾਂ ਲੈਣਾ, ਉਹ ਕਹਿ ਰਿਹਾ ਆ ਕਿ ਜੇ ਬੰਦੇ ਦੀ ਦਾੜੀ ਜਿਹੜੀ ਆ ਉਹ ਲੰਮੀ ਹੋਵੇ ਤੇ ਅੱਜ ਪਤਾ ਲੱਗ ਗਿਆ ਕਿ ਅਕਲ ਨਾਲ ਉਹਦਾ ਕੋਈ ਸੰਬੰਧ ਨਹੀਂਗਾ। ਠੀਕ ਹੈ ਨਾ ਜੀ, ਇਸ ਕਮੈਂਟ ਦਾ ਜਵਾਬ ਦੇਣਾ ਜ਼ਰੂਰੀ ਨਹੀਂਗਾ। ਇੱਕ ਹੋਰ ਵੀਰ ਨੇ ਇਸੇ ਤਰ੍ਹਾਂ ਦਾ ਨੈਗੇਟਿਵ ਕਮੈਂਟ ਕੀਤਾ ਆ। ਉਹਦਾ ਕਮੈਂਟ ਆ ਵੀ ਅਸੀਂ ਸੋਚਦੇ ਸੀ ਕਿ ਜਿਹੜਾ ਆ ਪੁਨਰ ਜਨਮ ਨਹੀਂ ਹੁੰਦਾ, ਲੇਕਿਨ ਆ ਜਿਹੜਾ ਬੰਦਾ ਗੱਲ ਕਰ ਰਿਹਾ ਆ, ਇਹਦੀ ਗੱਲਬਾਤ ਨੇ ਸਾਬਤ ਕਰ ਦਿੱਤਾ ਕਿ ਇੰਨਾ ਜਿਹੜਾ ਆ ਆਪਣਾ ਝੂਠ ਜਿਹੜਾ ਇੱਕ ਜਨਮ 'ਚ ਇਕੱਠਾ ਨਹੀਂ ਕੀਤਾ ਜਾ ਸਕਦਾ। ਖੈਰ ਇਹ ਉਹਦਾ ਆਪਣੀ ਸੋਚ ਆ, ਤੇ ਮੈਂ ਕਮੈਂਟ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ ਕਿ ਤਾਂ ਜੋ ਉਹ ਵੀਰ ਇਹ ਨਾ ਕਹੇ ਕਿ ਸ਼ਾਇਦ ਇਹ ਕਮੈਂਟ ਜਿਹੜੇ ਆ ਨਹੀਂ ਪੜ੍ਹਦੇ। ਅਸੀਂ ਸਾਰੇ ਕਮੈਂਟ ਪੜ੍ਹਦੇ ਆ।
ਉਸ ਤੋਂ ਇਲਾਵਾ ਕੁਛ ਇੱਕ ਵੀਰਾਂ ਨੇ ਜਿਹੜੇ ਆ ਸੀਰੀਅਸ ਕਮੈਂਟ ਕੀਤੇ ਆ। ਮੈਂ ਸਾਰੇ ਨਹੀਂ ਤੁਸੀਂ ਦੱਸ ਸਕਦਾ, ਤੁਸੀਂ ਉਸ ਪੋਸਟ ਤੇ ਜਾ ਕੇ ਜਿਹੜੇ ਆ ਬਾਕੀ ਦੇ ਕਮੈਂਟ ਆ ਉੱਥੇ ਦੇਖ ਸਕਦੇ ਆ। ਕੁਛ ਇੱਕ ਵੀਰਾਂ ਨੇ ਜਿਹੜੇ ਸੀਰੀਅਸ ਕਮੈਂਟ ਕੀਤੇ ਆ, ਉਹਨਾਂ ਨੇ ਮੈਨੂੰ WhatsApp ਰਾਹੀਂ ਭੇਜੇ ਆ। ਮੈਂ ਤੁਹਾਨੂੰ ਉਹ ਕਮੈਂਟ ਜਿਹੜੇ ਆ ਪੜ੍ਹ ਕੇ ਦੱਸ ਦਿੰਦਾ ਤੇ ਕਿਹਨਾਂ ਨੇ ਕੀਤੇ ਆ ਉਹਦੀ ਵੀ ਕੋਸ਼ਿਸ਼ ਕਰਦਾ ਕਿ ਜੇ ਮੈਂ ਦੱਸ ਸਕਾਂ। ਇੱਕ ਸਾਡੇ ਪਵਨਦੀਪ ਖਾਲਸਾ ਵੀਰ ਨੇ ਕਮੈਂਟ ਕੀਤਾ ਆ। ਉਹਨੇ ਕਿਹਾ ਕਿ ਮੈਂ ਇਹ ਵੀਡੀਓ ਦੇਖੀ ਆ, ਤੁਹਾਡੇ ਪ੍ਰਚਾਰ ਕਾਫੀ ਪ੍ਰਭਾਵਸ਼ਾਲੀ ਹਨ। ਇੱਕ ਗੱਲ ਹੋਰ ਜੋ ਮੇਰੇ ਮਨ ਵਿੱਚ ਆਈ, ਉਸ ਤੇ ਵੀ ਆਪ ਜ਼ਰੂਰ ਵਿਚਾਰ ਦੇਣਾ ਜੀ। ਜਿਵੇਂ ਕਤਲ ਹੋ ਰਹੇ ਹਨ, ਮਾਸੂਮਾਂ ਦੇ ਬਲਾਤਕਾਰ ਹੋ ਰਹੇ ਹਨ, 84 ਵਿੱਚ ਬਦੋਸ਼ੇ ਲੋਕਾਂ ਤੇ ਜ਼ੁਲਮ ਤੇ ਹਤਿਆਰੇ ਬਿਨਾਂ ਸਜ਼ਾਵਾਂ ਦੇ ਜਿਹੜੇ ਆ ਅੱਜ ਵੀ ਰਹਿ ਰਹੇ ਆ, ਇਹ ਕਿਵੇਂ ਹੁਕਮ ਵਿੱਚ ਹੋ ਰਿਹਾ ਆ, ਤੁਸੀਂ ਇਹਦੇ ਬਾਰੇ ਜ਼ਰੂਰ ਦੱਸਣਾ। ਇੱਕ ਵੀਰ ਹੋ ਰਿਹਾ ਰਾਜਵੰਤ ਸਿੰਘ, ਉਹਨਾਂ ਨੇ ਵੀ ਜਿਹੜਾ ਆ ਸਵਾਲ ਇਹ ਕੀਤਾ ਆ ਕਿ ਵੀਰ ਜੀ ਜਦ ਰੱਬ ਹੀ ਸਭ ਕੁਝ ਕਰਦਾ ਹੈ, ਫਿਰ ਬਲਾਤਕਾਰ ਅਤੇ ਕਤਲ ਵੀ ਉਸ ਦੀ ਮਰਜ਼ੀ ਨਾਲ ਹੀ ਹੁੰਦੇ ਹਨ, ਪੁੱਛਿਆ ਇਸ ਨੂੰ ਮੈਂ ਜਿਹੜਾ ਥੋੜਾ ਜਿਹਾ ਜਵਾਬ ਦਿੱਤੇ ਸੀ ਤੇ ਕੋਸ਼ਿਸ਼ ਕੀਤੀ ਸੀ ਇਹਨੂੰ ਸਮਝਾਉਣ ਦੀ। ਇਹ ਵੀਰ ਨੂੰ ਆਪਣੀ ਜਿੰਨੀ ਕਿ ਮੇਰੀ ਬੁੱਧੀ ਸੀਗੀ ਤੇ ਹੋ ਸਕਦਾ ਵੀਰ ਦੇ ਉਹ ਗੱਲ ਜਿਹੜੀ ਆ ਕਾਬੂ ਵਿੱਚ ਨਹੀਂ ਆਈ। ਇਹ ਰਾਜਵੰਤ ਸਿੰਘ ਵੀਰ ਨੇ, ਮੈਂ ਇਹਨਾਂ ਨੂੰ ਬਾਅਦ ਵਿੱਚ ਵੀਡੀਓ ਜਿਹੜੀ ਆ ਅੱਜ ਵਾਲੀ ਹੋ ਸਕਦਾ ਥੋੜੀ ਲੰਬੀ ਹੋ ਜਾਵੇ ਤੇ ਮੈਂ ਇਹਦੀ ਜਿਹੜੀ ਰਿਕਾਰਡਿੰਗ ਆ ਇਹਨਾਂ ਨੂੰ ਭੇਜ ਦਊਂਗਾ WhatsApp ਦੇ ਉੱਤੇ। ਤੇ ਇਹਨਾਂ ਵੀਰ ਦੇ ਜਿਹੜੀ ਸੋਚ ਕਿਤੇ ਨਾ ਕਿਤੇ ਜਾ ਕੇ ਜਿਹੜੀ ਆ ਉਹ ਇੱਥੇ ਹੀ ਨਿਬੜੀ ਸੀਗੀ ਕਿ ਇਹਨਾਂ ਦੀ ਸੋਚ ਦੇ ਵਿੱਚ ਜਿਹੜਾ DNA ਦੇ ਵਿੱਚ ਨਾ ਕਾਮਰੇਡਾਂ ਵਾਲਾ ਖੂਨ ਆ ਜਿਹੜਾ ਉਹ ਕਿਤੇ ਨਾ ਕਿਤੇ ਐਡ ਹੋਇਆ ਆ। ਖੈਰ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਗੱਲ ਦਾ ਵੀ ਜਵਾਬ ਦੇਣ ਦੀ। ਹੁਣ ਅੱਗੇ ਗੱਲ ਆ ਗਈ ਆਪਣੀ ਕਿ ਆਪਾਂ ਜਿਹੜੇ ਸੁਲਝੇ ਹੋਏ ਵੀਰ ਆ, ਜਗਿਆਸੂ ਵੀਰ ਆ, ਜਿਨ੍ਹਾਂ ਦੇ ਮਨ ਵਿੱਚ ਉਪਜੇ ਸਵਾਲ ਆ, ਜਿਨ੍ਹਾਂ ਵਿੱਚੋਂ ਜ਼ਿਆਦਾ ਸਵਾਲ ਇਹੀ ਸੀਗੇ ਕਿ ਜਿਹੜੇ ਬਲਾਤਕਾਰ ਹੋ ਰਹੇ ਆ ਉਹ ਕਿਉਂ ਹੋ ਰਹੇ ਆ, ਬੱਚਿਆਂ ਤੇ ਜ਼ੁਲਮ ਕਿਉਂ ਹੋ ਰਿਹਾ ਆ, ਬੱਚੇ ਘੱਟ ਕਿਉਂ ਪੈਦਾ ਹੋ ਰਹੇ ਆ, ਪਹਿਲਾਂ ਜ਼ਿਆਦਾ ਹੁੰਦੇ ਸੀ। ਤੇ ਇੱਕ ਦੋ ਵੀਰਾਂ ਦਾ ਇਹ ਸੀਗਾ ਕਿ ਜੇ ਕਰਦਾ ਇਹ ਸਾਰਾ ਕੁਝ ਪ੍ਰਮਾਤਮਾ ਆ ਤੇ ਫਿਰ ਸਜ਼ਾਵਾਂ ਕਾਹਦੀਆਂ ਅਸੀਂ ਲੋਕਾਂ ਨੂੰ ਦਿੰਨੇ ਆ, ਜੇ ਕਿਸੇ ਨੇ ਬੇਅਦਬੀ ਕਰਤੀ ਤਾਂ ਉਹ ਵੀ ਉਸ ਦੇ ਹੁਕਮ ਵਿੱਚ ਹੋਈ ਆ। ਤੇ ਇਸ ਤੋਂ ਇਲਾਵਾ ਦਰਬਾਰ ਸਾਹਿਬ ਤੇ ਇੱਥੇ ਤੱਕ ਵੀ ਲਿਖਿਆ ਹੋਇਆ ਸੀ ਕਿ ਜਿਹੜਾ ਦਰਬਾਰ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਉਹ ਵੀ ਜਿਹੜਾ ਆ ਫਿਰ ਉਹਦੀ ਰਜਾ ਵਿੱਚ ਹੀ ਹੋਇਆ। ਫਿਰ ਇੰਦਰਾ ਗਾਂਧੀ ਨੂੰ ਜਾਂ ਜਰਨਲ ਵੈਦਿਆ ਨੂੰ ਸਜ਼ਾਵਾਂ ਕਾਹਦੀਆਂ ਦਿੱਤੀਆਂ ਗਈਆਂ। ਖੈਰ ਤੁਸੀਂ ਸਮਝ ਹੀ ਗਏ ਹੋਗੇ ਕਿ ਸਵਾਲ ਜਿਹੜੇ ਆ ਕਿਸ ਸੰਦਰਭ ਦੇ ਵਿੱਚ ਕੀਤੇ ਗਏ ਆ ਤੇ ਕਿਹੜੇ ਸਵਾਲ ਇਹਨਾਂ ਵਿੱਚੋਂ ਜਵਾਬ ਦੇਣ ਵਾਲੇ ਆ ਤੇ ਕਿਹੜੇ ਸਵਾਲ ਨਹੀਂ ਜਵਾਬ ਦੇਣ ਵਾਲੇ। ਆਪਾਂ ਪਰ ਇਹਨਾਂ ਸਾਰਿਆਂ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਿਨਾਂ ਤੁਹਾਡਾ ਟਾਈਮ ਹੋਰ ਜਾਇਆ ਕਰਨ ਤੋਂ। ਦੋਸਤੋ ਜਿਹੜੀ ਪੁਰਾਣੀ ਵੀਡੀਓ ਸੀ ਉਸ ਦਾ ਸੰਬੰਧ ਤੁਹਾਡੇ ਅੰਦਰਲੀ ਜਿਹੜੀ ਜੀਵਨ ਊਰਜਾ ਆ, ਜਿਸ ਦੇ ਨਾਲ ਆ ਜਿਹੜਾ ਤੁਹਾਡਾ ਸਰੀਰ ਆ, ਇਹਦਾ ਪੂਰਾ ਜਿਹੜਾ ਇੱਕ ਤੁਸੀਂ ਕਹਿ ਲਓ ਕਿ ਇੱਕ ਕੰਪਿਊਟਰ ਆ ਉਦਾਹਰਨ ਦੇ ਤੌਰ ਤੇ। ਇਹ ਕੰਪਿਊਟਰ ਜਿਸ ਬਿਜਲੀ ਦੇ ਨਾਲ ਚੱਲ ਰਿਹਾ ਆ, ਅਸੀਂ ਉਸ ਬਿਜਲੀ ਦੀ ਗੱਲ ਕੀਤੀ ਸੀ ਕਿ ਜਿੰਨੀ ਦੇਰ ਉਹ ਬਿਜਲੀ ਇਸ ਸਰੀਰ ਦੇ ਵਿੱਚ ਹੈਗੀ ਆ ਉਨੀ ਦੇਰ ਹੀ ਇਹ ਚੱਲਦਾ ਆ, ਤੇ ਜਦੋਂ ਉਹ ਬਿਜਲੀ ਨਹੀਂ ਹੋਊਗੀ ਤੇ ਬਿਲਕੁਲ ਨਹੀਂ ਚੱਲੂਗਾ। ਭਾਵ ਕਿ ਉਸ ਬਿਜਲੀ ਦੀ ਤਾਕਤ ਨਾਲ ਹੀ ਸਭ ਕੁਝ ਹੋ ਰਿਹਾ। ਤੇ ਉਹ ਜਿਹੜੀ ਬਿਜਲੀ ਆ ਉਹਨੂੰ ਅਸੀਂ ਕਿਹਾ ਸੀ ਜੀਵਨ ਊਰਜਾ, ਜਾਂ ਤੁਸੀਂ ਆਤਮਾ ਜਾਂ ਪਰਮਾਤਮਾ ਦਾ ਅੰਸ਼, ਕੁਛ ਕਰਕੇ ਵੀ ਤੁਸੀਂ ਸਮਝ ਸਕਦੇ ਆ। ਵੈਸੇ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸ ਰਿਹਾ ਕਿ ਅੱਜ ਆਪਾਂ ਜਿਹੜੀ ਉਦਾਹਰਨ ਆ ਉਹ ਇੱਕ ਕੰਪਿਊਟਰ ਦੀ ਲਵਾਂਗੇ। ਤੇ ਕਿਉਂਕਿ ਅਸੀਂ ਜਿੱਦਾਂ ਆ ਜਿਹੜਾ ਸਰੀਰ ਆ ਇਸ ਨੂੰ ਵੀ ਇਸ ਧਰਤੀ ਤੇ ਕੁਦਰਤ ਦਾ, ਅਕਾਲ ਪੁਰਖ ਦਾ ਬਣਾਇਆ ਹੋਇਆ ਬਹੁਤ ਹੀ ਗੁੰਝਲਦਾਰ ਕੰਪਿਊਟਰ ਕਹਿ ਸਕਦੇ ਆ, ਜਿਹੜਾ ਭੌਤਿਕ ਵਸਤਾਂ ਨੂੰ ਜੁੜ ਕੇ ਬਣਿਆ ਹੋਇਆ ਆ, ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਆ ਕਿ ਆਪਾਂ ਅੱਗੇ ਵੀ ਗੱਲ ਆਮ ਹੀ ਕਰਦੇ ਆ ਕਿ ਮਿੱਟੀ ਦਾ ਬਣਿਆ ਹੋਇਆ ਆ, ਪਾਣੀ ਆ ਇਹਦੇ ਵਿੱਚ ਹਵਾ ਆ, ਇਹਦੇ ਵਿੱਚ ਅੱਗ ਆ, ਤੇ ਪੰਜਵਾਂ ਤੱਤ ਜਿਹੜਾ ਆ ਉਸ ਦੀ એનર્ਜੀ ਆ, ਉਸ ਦੀ ਬਖਸ਼ੀ ਹੋਈ ਊਰਜਾ ਆ, ਜਿਹਨੂੰ ਆਪਾਂ ਬਿਜਲੀ ਵੀ ਕਹਿ ਸਕਦੇ ਆ, ਉਹਦੇ ਨਾਲ ਇਹ ਚੱਲਦਾ ਆ। ਦੋਸਤੋ ਇਸ ਨੂੰ ਸਮਝਣ ਦੇ ਵਾਸਤੇ ਜਿਹੜੀ ਗੱਲ ਆਪਾਂ ਇੱਕ ਕੰਪਿਊਟਰ ਤੋਂ ਸ਼ੁਰੂ ਕਰਦੇ ਆ। ਜਦੋਂ ਅਸੀਂ ਆਪਣਾ ਇੱਕ ਕੰਪਿਊਟਰ ਲੈ ਕੇ ਆਉਂਦੇ ਆ ਤੇ ਕੰਪਿਊਟਰ ਦੇ ਵਿੱਚ ਇੱਕ BIOS ਉਹਨੂੰ ਕਹਿੰਦੇ ਨੇ, ਜਿਹਨੂੰ ਆਪਾਂ ਕਹਿ ਲਓ ਕਿ ਬੇਸਿਕ ਇਨਪੁਟ ਐਂਡ ਆਊਟਪੁੱਟ ਸਿਸਟਮ। ਕੰਪਿਊਟਰ ਦੇ ਵਿੱਚ ਇੱਕ ਬੇਸਿਕ ਇਨਪੁਟ ਆਊਟਪੁੱਟ ਸਿਸਟਮ ਹੁੰਦਾ ਆ, ਜਿਹੜੀ ਕੰਪਨੀ ਸਾਨੂੰ ਨਾਲ ਹੀ ਡਿਲੀਵਰ ਕਰਦੀ ਆ। ਇਸੇ ਤਰ੍ਹਾਂ ਜਦੋਂ ਇਨਸਾਨ ਦਾ ਇਹ ਸਰੀਰ ਦੀ ਰਚਨਾ ਹੁੰਦੀ ਆ, ਭੌਤਿਕ ਸਰੀਰ ਦੀ ਰਚਨਾ ਹੁੰਦੀ ਆ, ਇਸੇ ਤਰ੍ਹਾਂ ਜਿਹੜਾ ਉਹ BIOS ਆ, ਤੇ ਉਹ ਜਿਹੜਾ ਸਾਡੇ ਬਾਪ ਦਾ ਜਿਹੜਾ ਆ ਉਹ DNA ਰਾਹੀਂ ਉਹ ਸਾਡੇ ਜਿਹੜੇ ਆ ਮਾਤਾ ਦੀ ਕੁੱਖ ਦੇ ਵਿੱਚ ਆ ਜਾਂਦਾ, ਜਿੱਥੋਂ
ਮਾਤਾ ਦੇ ਖੂਨ ਰਾਹੀਂ ਉਹਦਾ ਜਿਹੜਾ ਮਾਤਾ ਦਾ DNA ਆ ਉਹਦਾ ਵੀ ਜਿਹੜਾ ਸਾਰਾ ਅਸਰ ਆ ਉਹ ਸਾਡੇ ਖੂਨ ਦੇ ਵਿੱਚ ਆ ਜਾਂਦਾ। ਭਾਵ ਕਿ ਉਹਨਾਂ ਦੋਨਾਂ DNA ਨੇ ਜਿਹੜੇ ਮਾਂ-ਬਾਪ ਦੇ ਉਹਨਾਂ ਦੇ ਜਿਹੜੇ ਕਰੈਕਟਰ ਨੇ ਸੇਫ ਨੇ ਉਹਨਾਂ ਦੇ ਆਪਣੇ ਬਿਓਸ ਵਿੱਚ, ਉਹ ਸਾਰੇ ਜਿਹੜੇ ਆ ਬੱਚੇ ਦੇ ਬਿਓਸ ਦੇ ਵਿੱਚ ਆ ਜਾਂਦੇ ਆ। ਬੱਚੇ ਦੇ ਬੇਸਿਕ ਇਨਪੁਟ ਆਊਟਪੁੱਟ ਜਿਹੜੀ ਆ ਉਹਦੇ ਵਿੱਚ ਸੇਵ ਹੋ ਜਾਂਦੇ ਸਿਸਟਮ ਦੇ ਵਿੱਚ। ਉਹਦੇ ਨਾਲ ਸਾਡੀ ਸਰੀਰ ਦੀ ਰਚਨਾ ਹੁੰਦੀ ਆ। ਇੱਕ ਤਾਂ ਬੇਸਿਕ ਗੱਲ ਇਹ ਹੋ ਗਈ ਕਿ ਸਾਡੇ ਸਰੀਰ ਦਾ ਜਿਹੜਾ ਕਰੈਕਟਰ ਆ ਉਹਦਾ ਜਿਹੜਾ ਬਿਓਸ ਆ ਉਹ ਕਿਵੇਂ ਲਿਖਿਆ ਜਾਂਦਾ ਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਲੈ ਆਓ ਕਿ ਜਦੋਂ ਤੁਸੀਂ ਕੰਪਿਊਟਰ ਨੂੰ ਜਿਹੜਾ ਚਲਾਉਣਾ ਹੁੰਦਾ ਆ ਉਹਨੂੰ ਬਿਜਲੀ ਨਾਲ ਲਾਉਣ ਦੀ ਲੋੜ ਪੈਂਦੀ ਆ। ਜਿਉਂ ਹੀ ਉਹ ਬਿਜਲੀ ਦੇ ਨਾਲ ਲੱਗਦਾ ਆ ਉਸੇ ਸਮੇਂ ਹੀ ਉਹਦੇ ਸਿਸਟਮ ਕੰਮ ਕਰਦੇ। ਅਗਰ ਬਿਜਲੀ ਨਾਲ ਤਾਰ ਨਹੀਂ ਜੁੜੀ ਹੋਈ ਉਹਦੀ, ਜਾਂ ਜੁੜੀ ਹੋਈ ਤਾਰ ਨੂੰ ਕੱਢ ਦਿੱਤਾ ਜਾਵੇ, ਜਾਂ ਉਹਦੇ ਵਿੱਚ ਕੋਈ ਬਿਜਲੀ ਸੇਵ ਕਰਨ ਦੇ ਵਾਸਤੇ ਐਕਸਟਰਾ ਸਿਸਟਮ ਨਾ ਲੱਗਾ ਹੋਵੇ, ਤਾਂ ਉਹ ਜਿਹੜਾ ਕੰਪਿਊਟਰ ਆ ਬੰਦ ਹੋ ਜਾਂਦਾ ਆ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਹੜਾ ਪੰਜਵਾਂ ਤੱਤ ਹੈ ਅਕਾਲ ਪੁਰਖ ਦੀ ਬਖਸ਼ੀ ਹੋਈ ਊਰਜਾ ਆ, ਜਿੰਨੀ ਦੇਰ ਤੇ ਉਹ ਮੌਜੂਦ ਆ ਉਨੀ ਦੇਰ ਇਹ ਕੰਪਿਊਟਰ ਚੱਲਦਾ ਆ। ਜਦੋਂ ਹੀ ਉਹ ਊਰਜਾ ਜਿਹੜੀ ਆ ਇਸ ਤੋਂ ਅਲੱਗ ਹੋ ਜਾਂਦੀ ਆ, ਜਾਂ ਇਸ ਕੰਪਿਊਟਰ ਵਿੱਚ ਇੰਨੀ ਤਾਕਤ ਨਹੀਂ ਰਹਿੰਦੀ ਕਿ ਇਸ ਊਰਜਾ ਨੂੰ ਸਾਂਭ ਸਕੇ, ਉਸ એનર્ਜੀ ਨੂੰ, ਉਸ ਜੀਵਨ એનર્ਜੀ ਨੂੰ ਸਾਂਭ ਸਕੇ, ਤਾਂ ਉਹ એનર્ਜੀ ਜਿਹੜੀ ਆ ਇਸ ਕੰਪਿਊਟਰ ਤੋਂ ਅਲੱਗ ਹੋ ਜਾਂਦੀ ਆ। ਕੰਪਿਊਟਰ ਡੈੱਡ ਹੋ ਜਾਂਦਾ ਆ। ਫਿਰ ਇਹਦੇ ਬਿਓਸ ਵਿੱਚ ਜਿੰਨਾ ਮਰਜ਼ੀ ਕੁਝ ਲਿਖਿਆ ਪਿਆ ਹੋਵੇ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਜਿਵੇਂ ਕਿ ਆਪਾਂ ਕਹਿੰਦੇ ਕਿ ਪ੍ਰਮਾਤਮਾ ਦੇ ਹੁਕਮ ਬਿਨਾ ਜਿਹੜੀ ਆ ਇੱਕ ਉਂਗਲ ਵੀ ਨਹੀਂ ਹਿੱਲ ਸਕਦੀ। ਇਹਨੂੰ ਤੁਸੀਂ ਸਮਝ ਸਕਦੇ ਹੋ ਕਿ ਜਿੰਨੀ ਦੇਰ ਇੱਕ ਬੰਦਾ ਜੀਂਦਾ ਹੁੰਦਾ ਆ ਤੇ ਉਹਦੀਆਂ ਸਾਰੀਆਂ ਉਂਗਲਾਂ, ਹੱਥਾਂ ਦੀਆਂ, ਪੈਰਾਂ ਦੀਆਂ ਸਾਰੀਆਂ ਕੰਮ ਕਰਦੀਆਂ ਆ, ਤੇ ਜਦੋਂ ਉਹਦੀ ਡੈਥ ਹੋ ਜਾਂਦੀ ਆ, ਭਾਵ ਕਿ ਜੀਵਨ એનર્ਜੀ ਉਹਦੇ ਜਿਹੜਾ ਆਪਣਾ ਸਰੀਰ ਦੀ ਬਾਡੀ ਆ, ਭੌਤਿਕ ਬਾਡੀ ਉਹਦੇ ਵਿੱਚੋਂ ਖਤਮ ਹੋ ਜਾਂਦੀ ਆ। ਉਸ ਤੋਂ ਬਾਅਦ ਉਹਦੀ ਆਪਣੇ ਕੋਲ ਲਾਸ਼ ਪਈ ਹੁੰਦੀ, ਉਹਦੀ ਇੱਕ ਉਂਗਲ ਵੀ ਜਿਹੜੀ ਆ ਉਹ ਆਪਣੇ ਆਪ ਨਹੀਂ ਹਿਲਦੀ। ਭਾਵ ਕਿ ਜੇ ਉਹ એનર્ਜੀ ਹੈ ਤਾਂ ਸਾਡੀ ਉਂਗਲ ਹਿੱਲਣੀ ਆ। ਭਾਵ ਕਿ ਪਰਮਾਤਮਾ ਦਾ ਹੁਕਮ ਅਸੀਂ ਉਸ એનર્ਜੀ ਨੂੰ ਕਿਹਾ ਆ, ਉਸ ਤਾਕਤ ਨੂੰ ਕਿਹਾ ਆ ਜਿਹੜੀ ਇਸ ਪੂਰੇ ਕੰਪਿਊਟਰ ਨੂੰ ਚਲਾ ਰਹੀ ਆ। ਹੁਣ ਉਸ ਤੋਂ ਅੱਗੇ ਆਉਂਦਾ ਹੈ ਕਿ ਜਦੋਂ ਕੰਪਿਊਟਰ ਅਸੀਂ ਚਲਾਉਂਦੇ ਦੇਖਦੇ ਆ ਕਿ ਉਹਦੇ ਵਿੱਚ ਜਿਹੜਾ ਬੇਸਿਕ ਇਨਪੁਟ ਆਊਟਪੁੱਟ ਸਿਸਟਮ ਆ, ਉਸ ਤੋਂ ਇਲਾਵਾ ਸਾਨੂੰ ਹੋਰ ਬਹੁਤ ਕੁਝ ਇਹਦੇ ਵਿੱਚ ਚਾਹੀਦਾ ਆ। ਫਿਰ ਕੀ ਹੁੰਦਾ ਕਿ ਅਸੀਂ ਪ੍ਰੋਗਰਾਮ ਖਰੀਦਦੇ ਆ, ਉਹਦੇ ਵਿੱਚ ਜਿਹੜੇ ਅਸੀਂ ਉਹ ਪ੍ਰੋਗਰਾਮ ਨਵੇਂ ਜਿਹੜੇ ਆ ਇੰਸਟਾਲ ਕਰਦੇ ਆ, ਤੇ ਉਹ ਨਵੇਂ ਅਪਲੋਡ ਕਰਨ ਤੋਂ ਬਾਅਦ ਉਹਦੇ ਪ੍ਰੋਗਰਾਮਾਂ ਦੇ ਵਿੱਚ ਤਬਦੀਲੀ ਹੋਈ ਜਾਂਦੀ ਆ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਆ, ਇਹਦੀਆਂ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਆ, ਅੱਖਾਂ ਆ ਉਹ ਦੇਖਣ ਦੇ ਵਾਸਤੇ ਆ, ਚਮੜੀ ਆ ਉਹ ਸਪਰਸ਼ ਕਰਨ ਦੇ ਵਾਸਤੇ ਆ, ਕੰਨ ਸੁਣਨ ਦੇ ਵਾਸਤੇ ਆ, ਨਾਸਾਂ ਸੁੰਘਣ ਦੇ ਵਾਸਤੇ ਆ, ਮੂੰਹ ਬੋਲਣ ਦੇ ਵਾਸਤੇ ਆ। ਜਿਹੜੇ ਇਹ ਸਾਡੀਆਂ ਸਾਰੀਆਂ ਗਿਆਨ ਇੰਦਰੀਆਂ ਆ, ਇਹ ਜਿਹੜੀ ਸਾਡੀ ਬਾਹਰ ਦੀ ਭੌਤਿਕ ਸਿਚੁਏਸ਼ਨ ਆ ਇਸ ਧਰਤੀ ਦੀ, ਇਸ ਧਰਤੀ ਦੇ ਉੱਪਰ ਕੀ ਹੋ ਰਿਹਾ ਆ, ਕੀ ਬਣ ਰਿਹਾ ਆ, ਉਹ ਸਾਰਾ ਕੁਝ ਦੇਖ ਕੇ ਤੇ ਸਾਡੇ ਪ੍ਰੋਗਰਾਮ ਦੇ ਸਿਸਟਮ ਦੇ ਵਿੱਚ ਨਵੇਂ ਪ੍ਰੋਗਰਾਮ ਜਿਹੜੇ ਆ ਉਹ ਇੰਸਟਾਲ ਕਰੀ ਜਾਂਦੀਆਂ। ਭਾਵ ਕਿ ਇਹ ਪ੍ਰੋਗਰਾਮ ਜਿਹੜਾ ਕੰਪਿਊਟਰ ਆ ਹੋਰ ਨਵੇਂ ਪ੍ਰੋਗਰਾਮ ਆਪਣੇ ਵਿੱਚ ਸੇਵ ਕਰੀ ਜਾਂਦਾ ਆ। ਇਹ ਪ੍ਰੋਗਰਾਮ ਜਿੰਨੇ ਜ਼ਿਆਦਾ ਸੇਵ ਹੋਈ ਜਾਂਦੇ ਆ ਉਨੀ ਯਾਦਦਾਸ਼ਤ ਵਧੀ ਜਾਂਦੀ ਆ। ਸੋ ਜਿਹੜੇ ਇਹ ਸਾਰੇ ਪ੍ਰੋਗਰਾਮ ਇਕੱਠੇ ਹੋਏ ਆ, ਅਸੀਂ ਪਹਿਲਾਂ ਜਿਹੜੇ ਪ੍ਰੋਗਰਾਮ ਆਪਣੇ DNA ਦੇ ਰਾਹੀਂ ਬਿਓਸ ਆਇਆ ਆ ਸਾਡੇ ਵਿੱਚ, ਉਸ ਤੋਂ ਇਲਾਵਾ ਅਸੀਂ ਗਿਆਨ ਇੰਦਰੀਆਂ ਰਾਹੀਂ ਇਕੱਠੇ ਕੀਤੇ ਆ, ਉਹਨਾਂ ਸਾਰਿਆਂ ਦੇ ਨਾਲ ਜਿਹੜੇ ਵਿਚਾਰ ਪੈਦਾ ਸਾਡੇ ਅੰਦਰ ਹੁੰਦੇ ਆ ਉਹਨਾਂ ਨੂੰ ਅਸੀਂ ਮਨ ਕਹਿੰਦੇ ਆ। ਉਹ ਮਨ ਦੇ ਰੂਪ ਦੇ ਵਿੱਚ ਸੇਵ ਹੋ ਜਾਂਦੇ ਆ ਸਾਡੇ ਅੰਦਰ। ਭਾਵ ਕਿ ਉਹ ਜਿਹੜਾ ਮਨ ਦੇ ਰੂਪ ਵਿੱਚ ਸਾਡਾ ਜਿਹੜਾ ਸੌਫਟਵੇਅਰ ਜਿਹੜਾ ਆ ਅੰਦਰ ਵਾਲਾ ਉਹ ਬਣ ਜਾਂਦਾ ਆ। ਤੇ ਹੁਣ ਇਸ ਤਰ੍ਹਾਂ ਕੰਪਿਊਟਰ ਦੇ ਜਿਵੇਂ ਆਪਾਂ 3 ਹਿੱਸਿਆਂ ਵਿੱਚ ਵੰਡ ਲਵੋ ਕਿ ਇੱਕ ਉਹਨੂੰ ਜਿਹੜੀ ਹੈ ਚਲਾਉਣ ਵਾਲੀ ਬਿਜਲੀ ਆ, ਦੂਸਰਾ ਉਹਦੇ ਜਿਹੜੇ ਪ੍ਰੋਗਰਾਮ ਆ, ਸਿਸਟਮ ਆ ਉਹਦਾ, ਤੀਸਰਾ ਜਿਹੜਾ ਉਹਦਾ ਹਾਰਡਵੇਅਰ ਆ ਜਿਹੜਾ ਕੰਪਿਊਟਰ ਆ। ਹੁਣ ਜੇ ਉਹਦੇ ਵਿੱਚ ਬਿਜਲੀ ਨਹੀਂ ਆਊਗੀ ਤੇ ਦੂਜੇ ਦੋਨੇ ਬੇਕਾਰ ਹੋ ਜਾਣਗੇ। ਭਾਵ ਕਿ ਇਸੇ ਤਰ੍ਹਾਂ ਜੇ ਆਪਣੇ ਵਿੱਚ ਜੀਵਨ ਊਰਜਾ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਸਾਡਾ ਮਨ ਤੇ ਸਾਡਾ ਸਰੀਰ ਦੋਨੇ ਨਕਾਰੇ ਹੋ ਜਾਂਦੇ, ਬੇਕਾਰ ਹੋ ਜਾਂਦੇ। ਇਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ, ਕੋਈ ਲੋੜ ਨਹੀਂ ਰਹਿੰਦੀ। ਜਾਂ ਤਾਂ ਇਹਨਾਂ ਨੂੰ ਰੀਤਾਂ ਮੁਤਾਬਕ, ਸਮਾਜਿਕ ਰੀਤਾਂ ਮੁਤਾਬਕ ਜਲਾ ਦਿੱਤਾ ਜਾਂਦਾ ਆ,
ਅਗਨ ਭੇਟ ਕਰ ਦਿੱਤਾ ਜਾਂਦਾ ਆ, ਪਾਣੀ ਵਿੱਚ ਰੋੜ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ ਆ। ਇਹ ਜਿਹੜੀਆਂ ਸਮਾਜਿਕ ਰੀਤਾਂ ਆ ਉਹਨਾਂ ਤੇ ਨਿਰਭਰ ਕਰਦਾ ਬੰਦਾ ਕਿਹੜੇ ਧਰਮ ਵਿੱਚ ਕਿਹੜੇ ਏਰੀਏ ਵਿੱਚ ਪੈਦਾ ਹੋਇਆ ਆ। ਕੁਛ ਇੱਕ ਇਹੋ ਜਿਹੀਆਂ ਵੀ ਜਗ੍ਹਾ ਹੈਗੀਆਂ ਧਰਤੀ ਤੇ ਜਿੱਥੇ ਮਰੇ ਹੋਏ ਸਰੀਰ ਨੂੰ ਜਿਹੜਾ ਨਾ ਦਫਨਾਇਆ ਜਾਂਦਾ, ਨਾ ਜਲਾਇਆ ਜਾਂਦਾ ਆ ਤੇ ਨਾ ਪਾਣੀ ਵਿੱਚ ਰੋੜਿਆ ਜਾਂਦਾ ਆ। ਉੱਥੇ ਉਹ ਵੀ ਕਰਦੇ ਆ ਕਿ ਉਹਨਾਂ ਨੂੰ ਇੱਕ ਸ਼ਹਿਰ ਤੋਂ ਬਾਹਰ ਸੱਟਣ ਦੀ ਜਗ੍ਹਾ ਬਣਾਈ ਹੋਈ ਆ। ਉੱਥੇ ਕੁਛ ਇੱਕ ਬੰਦੇ ਜਿਹੜੇ ਉਸ ਆਪਣੇ ਫੀਲਡ ਵਿੱਚ ਕੰਮ ਕਰਦੇ ਆ, ਜਿਨ੍ਹਾਂ ਕੋਲ ਉੱਥੇ ਦੀ ਜ਼ਿੰਮੇਵਾਰੀ ਹੁੰਦੀ ਆ, ਉਹ ਆਉਂਦੇ ਆ ਤੇ ਉਹਨਾਂ ਸਰੀਰਾਂ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਕੱਟ ਕੇ ਜਾਨਵਰਾਂ ਨੂੰ ਜਿਹੜਾ ਆ ਉਹ ਪਾ ਦਿੱਤਾ ਜਾਂਦਾ, ਇੱਲਾਂ ਨੂੰ ਪਾ ਦਿੱਤਾ ਜਾਂਦਾ। ਉਹਨਾਂ ਦੀ ਸੋਚ ਆ ਕਿ ਇਹ ਮਰਿਆ ਹੋਇਆ ਸਰੀਰ ਜਿਹੜਾ ਆ ਇਹ ਕਿਸੇ ਦੇ ਕੰਮ ਆ ਜਾਣਾ ਚਾਹੀਦਾ, ਖਾਣ ਦੇ ਕੰਮ ਆ ਜਾਣਾ ਚਾਹੀਦਾ, ਇਸ ਨੂੰ ਸਿੱਟਣਾ ਨਹੀਂ ਚਾਹੀਦਾ। ਹੁਣ ਅਗਲੀ ਗੱਲ ਆ ਗਈ ਆਪਣੇ ਕੋਲ ਕਿ 3 ਹਿੱਸਿਆਂ ਵਿੱਚ ਆਪਾਂ ਪਹੁੰਚ ਗਏ ਆ। ਇੱਕ ਉਹ એનર્ਜੀ ਆ, ਦੂਸਰਾ ਆਪਣਾ ਮਨ ਆ ਤੇ ਤੀਸਰਾ ਆਪਣਾ ਜਿਹੜਾ ਸਰੀਰ ਆ। ਹੁਣ ਸਰੀਰ ਨੇ ਕਿਵੇਂ ਚੱਲਣਾ ਆ? ਸਰੀਰ ਨੇ ਜਿਵੇਂ ਸਾਡੇ ਮਨ ਦੇ ਜਿਹੜੇ ਵਿਚਾਰ ਆ, ਜਾਣਕਾਰੀਆਂ ਆ, ਅਸੀਂ ਇਕੱਠੀਆਂ ਕੀਤੀਆਂ ਹੋਈਆਂ ਆ, ਉਹ ਸਾਰੀਆਂ ਜਾਣਕਾਰੀਆਂ ਦੇ ਹਿਸਾਬ ਦੇ ਨਾਲ ਇਸ ਸਰੀਰ ਨੇ ਜਿਹੜੇ ਆ ਐਕਸ਼ਨ ਕਰਨੇ ਆ। ਉਹਨਾਂ ਦੇ ਵਿੱਚ ਚਾਹੇ ਕੋਈ ਇੱਕ ਜਾਣਕਾਰੀਆਂ ਜਿਹੜੀਆਂ ਸਾਡੇ DNA ਰਾਹੀਂ ਆਈਆਂ ਹੋਈਆਂ ਆ, ਚਾਹੇ ਅਸੀਂ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਇਕੱਠੀਆਂ ਕੀਤੀਆਂ ਹੋਈਆਂ ਆ, ਉਹਨਾਂ ਜਾਣਕਾਰੀਆਂ ਨੇ ਹੀ ਆਪਸ ਵਿੱਚ ਮੇਲ ਕਰਕੇ ਇੱਕ ਨਵੀਂ ਆਊਟਪੁੱਟ ਜਿਹੜੀ ਦੇਣੀ ਆ। ਉਸ ਆਊਟਪੁੱਟ ਨੂੰ ਲੈ ਕੇ ਹੀ ਸਾਡੀ ਜਿਹੜੀ ਬਾਡੀ ਆ ਉਹਨੇ ਐਕਸ਼ਨ ਕਰਨਾ ਆ। ਇਸ ਐਕਸ਼ਨ ਨੂੰ ਜਿਹੜਾ ਆ ਧਾਰਮਿਕ ਭਾਸ਼ਾ ਦੇ ਵਿੱਚ ਕਰਮ ਕਿਹਾ ਜਾਂਦਾ ਆ। ਤੇ ਉਹ ਜਿਹੜੇ ਕਰਮ ਆ, ਜਦੋਂ ਅਸੀਂ ਕੋਈ ਵੀ ਕਰਮ ਕਰਾਂਗੇ ਉਹਦਾ ਇੱਕ ਰੀਐਕਸ਼ਨ ਹੋਣਾ ਆ, ਉਸ ਰੀਐਕਸ਼ਨ ਨੂੰ ਹੀ ਕਰਮਾਂ ਦਾ ਫਲ ਕਿਹਾ ਜਾਂਦਾ ਆ। ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜਿਹੜਾ ਬੀਜ ਅਸੀਂ ਬੀਜਾਂਗੇ ਉਸੇ ਬੀਜ ਚੋਂ ਉਸੇ ਤਰ੍ਹਾਂ ਦੀ ਫਸਲ ਜਿਹੜੀ ਆ ਉਹ ਪੈਦਾ ਹੋਊਗੀ, ਸਾਨੂੰ ਉਹ ਹੀ ਫਸਲ ਜਿਹੜੀ ਆ ਵੱਢਣੀ ਪਊਗੀ। ਤੇ ਜੇ ਅਸੀਂ ਬੀਜ ਜਿਹੜਾ ਸਹੀ ਨਹੀਂ ਬੀਜਿਆ ਹੋਊਗਾ ਤਾਂ ਅਸੀਂ ਉੱਥੇ ਫਸਲ ਵੀ ਜਿਹੜੀ ਆ ਉਹ ਕੰਡਿਆਂ ਵਾਲੀ ਪੈਦਾ ਹੋਊਗੀ। ਜੇ ਬੀਜ ਅੰਮ੍ਰਿਤ ਵਾਲਾ ਹੋਊਗਾ ਤੇ ਉਹਦੇ ਵਿੱਚੋਂ ਜਿਹੜਾ ਉਹਦੀ ਫਸਲ ਆ ਉਹਦੇ ਵਿੱਚੋਂ ਵੀ ਖਾਣ ਦੇ ਕੰਮ ਆਊਗੀ, ਫਲ ਦਊਗੀ, ਮਿਠਾਸ ਦਊਗੀ। ਸੋ ਇਹ ਜਿਹੜਾ ਆਪਾਂ ਬੇਸਿਕ ਜਿਹੜਾ ਆ ਉਹ ਸਮਝ ਲਿਆ। ਹੁਣ ਇਸ ਤੋਂ ਅੱਗੇ ਗੱਲ ਕਰਦੇ ਆ ਕਿ ਇਹਨੂੰ ਜਿਹੜਾ ਆ ਬਦਲਿਆ ਕਿਵੇਂ ਜਾ ਸਕਦਾ। ਜਿਹੜੇ ਧਰਮ ਆ ਉਹਨਾਂ ਦੀ ਕਿਉਂ ਜ਼ਰੂਰਤ ਆ? ਜਿਹੜੇ ਧਰਮ ਨੇ ਜਿੰਨੇ ਵੀ ਦੁਨੀਆ ਉੱਤੇ ਹੈਗੇ ਨੇ, ਭਾਵੇਂ ਕਿ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ, ਪਰ ਆਪਾਂ ਸਾਂਝੀ ਗੱਲ ਕਰਾਂਗੇ, ਉਹ ਇਹ ਹੈ ਕਿ ਸਾਰੇ ਧਰਮਾਂ ਦੀ ਇੱਕੋ ਹੀ ਇੱਕ ਕੋਸ਼ਿਸ਼ ਆ ਕਿ ਕਿਸੇ ਤਰ੍ਹਾਂ ਜਿਹੜੇ ਮਨ ਦੇ ਵਿਚਾਰ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਉਹਨਾਂ ਦਾ ਬਣਾ ਦਿੱਤਾ ਜਾਵੇ, ਇਸ ਤਰ੍ਹਾਂ ਦੀ ਵਿਚਾਰਧਾਰਾ ਗਿਆਨ ਇੰਦਰੀਆਂ ਰਾਹੀਂ ਜਿਹੜੀ ਆ ਉਸ ਸਿਸਟਮ ਦੇ ਵਿੱਚ ਦਾਖਲ ਕਰ ਦਿੱਤੀ ਜਾਵੇ ਬੰਦੇ ਦੇ ਮਨ ਦੇ ਵਿੱਚ, ਜਿਸ ਨਾਲ ਜਿਹੜੇ ਉਹਦੇ ਆਪਣੇ DNA ਦੇ ਰਾਹੀਂ ਜਿਹੜੇ ਬਿਓਸ ਦੇ ਵਿੱਚ ਉਹਦੇ ਗੁਣ ਨੇ ਜਾਂ ਔਗਣ ਨੇ ਸੇਫ ਹੋਏ ਨੇ, ਉਹਨਾਂ ਔਗਣਾਂ ਨੂੰ ਜਿਹੜਾ ਆ ਉਹ ਮੱਧਮ ਕਰ ਦੇਣ ਤੇ ਜਿਹੜੇ ਨਵੇਂ ਆ ਉਹਨਾਂ ਨੂੰ ਜਾਨੀ ਕਿ ਰੀਆਰਗੇਨਾਈਜ਼ ਕਰ ਦੇਣ ਤੇ ਉਹਦੇ ਨਾਲ ਜਿਹੜੀ ਆ ਆਊਟਪੁੱਟ ਆ ਉਹ ਪੂਰੀ ਤਰ੍ਹਾਂ ਬਦਲ ਜਾਵੇ। ਹੁਣ ਆ ਗਈ ਅਗਲੀ ਗੱਲ ਕਿ ਅਸੀਂ ਦੇਖਦੇ ਆ ਬਲਾਤਕਾਰ ਹੁੰਦੇ ਆ, ਉਸ ਤੋਂ ਇਲਾਵਾ ਕਤਲ ਹੁੰਦੇ ਆ, ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ ਆ, ਹੋਰ ਧਰਮਾਂ ਦੇ ਵਿੱਚ ਵੀ ਜਿਹੜੇ ਧਾਰਮਿਕ ਗ੍ਰੰਥਾਂ ਦੇ ਖਿਲਾਫ ਜਾਂ ਧਾਰਮਿਕ ਲੋਕਾਂ ਦੇ ਖਿਲਾਫ ਬੋਲਿਆ ਜਾਂਦਾ ਆ ਤੇ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਕਿਉਂ ਨਹੀਂ ਮਿਲਦੀ। ਇਸ ਗੱਲ ਨੂੰ ਸਮਝਣ ਦੇ ਵਾਸਤੇ ਤੁਹਾਨੂੰ ਇੱਕ ਬੇਸਿਕ ਗੱਲ ਸਮਝਣੀ ਪਊਗੀ। ਉਹ ਇਹ ਆ ਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਸਜ਼ਾ ਮਿਲ ਗਈ ਜਾਂ ਨਹੀਂ ਮਿਲ ਗਈ, ਉਹਨੂੰ ਕੇਸ ਬੇਸ ਤੇ ਮਾਪਦੇ ਆ। ਅਸੀਂ ਉਸ ਨੂੰ ਸਿਰਫ ਤੇ ਸਿਰਫ ਜੋ ਸਾਨੂੰ ਦਿਸਦਾ ਆ, ਜੋ ਸਾਡੇ ਸਮਾਜ ਦਾ ਤਾਣਾ ਬਾਣਾ ਆ, ਜੋ ਸਾਡੇ ਜਿਹੜੇ ਬਾਹਰੀ ਕਾਨੂੰਨ ਬਣੇ ਹੋਏ ਆ, ਉਹਦੇ ਮੁਤਾਬਕ ਜਿਹੜਾ ਆ ਉਹਨੂੰ ਅਗਰ ਸਜ਼ਾ ਨਹੀਂ ਮਿਲਦੀ ਤੇ ਅਸੀਂ ਉਹਨੂੰ ਸਜ਼ਾ ਨਹੀਂ ਸਮਝਦੇ। ਭਾਵ ਕਿ ਜੇ ਅਸੀਂ ਕਹਿੰਦੇ ਆ ਕਿ ਜਿਸ ਨੇ ਬੇਅਦਬੀ ਕੀਤੀ ਆ ਉਸ ਨੂੰ ਜਿਹੜਾ ਆ ਮਾਰ ਦੇਣਾ ਚਾਹੀਦਾ ਆ ਜਾਂ ਉਸ ਨੂੰ ਜਿਹੜੀ ਆ ਸਜ਼ਾ ਕਾਨੂੰਨ ਦੇਵੇ ਜਾਂ ਉਹਨੂੰ ਸਿੱਖ ਪਰੰਪਰਾਵਾਂ ਦੇ ਅਨੁਸਾਰ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਆ, ਪਰ ਉਹ ਨਹੀਂ ਮਿਲਦੀ, ਤਾਂ ਅਸੀਂ ਸੋਚਦੇ ਆ ਕਿ ਪਰਮਾਤਮਾ ਜਿਹੜਾ ਆ ਉਹ ਸਹੀ ਨਹੀਂ ਕਰ ਰਿਹਾ। ਇੱਥੇ ਤੁਸੀਂ ਇਸ ਬੇਸਿਕ ਗੱਲ ਨੂੰ ਸਮਝੋ ਕਿ ਜਿਵੇਂ ਕੰਪਿਊਟਰ ਦੇ ਵਿੱਚ ਜਿਹੜੀ ਬਿਜਲੀ ਆ ਉਸ ਦਾ ਇਹ ਕੋਈ ਮਤਲਬ ਨਹੀਂਗਾ ਕਿ ਕੰਪਿਊਟਰ ਤੇ ਤੁਸੀਂ ਕੀ ਦੇਖ ਰਹੇ ਹੋ, ਕੀ ਕਰ ਰਹੇ ਹੋ। ਉਹ ਸਾਰਾ ਕੁਝ ਤੁਹਾਡੇ ਸੌਫਟਵੇਅਰ ਦੇ ਉੱਪਰ, ਤੁਹਾਡੇ ਮਨ ਦੇ ਉੱਪਰ ਡਿਪੈਂਡ ਕਰਦਾ ਆ। ਇਸੇ ਹੀ ਤਰ੍ਹਾਂ ਜਿਹੜੀ ਅਕਾਲ ਪੁਰਖ ਦੀ ਆਪਣੇ ਸਰੀਰ ਦੇ ਵਿੱਚ ਸ਼ਕਤੀ ਆ, ਉਸ ਦੇ ਵਾਸਤੇ ਕੋਈ ਪਾਪ ਨਹੀਂਗਾ, ਕੋਈ ਪੁੰਨ ਨਹੀਂਗਾ। ਉਹ ਜਿਹੜੀ ਸ਼ਕਤੀ ਆ ਬਿਲਕੁਲ ਕਨਸਟੈਂਟ ਆ। ਉਹ ਇਸ ਟਾਈਮ ਇਸ ਬਾਡੀ ਦੇ ਵਿੱਚ ਰਹਿ ਰਹੀ ਆ, ਇਸ ਮਸ਼ੀਨ ਵਿੱਚ ਰਹਿ ਰਹੀ ਆ, ਇਸ ਕੰਪਿਊਟਰ 'ਚ ਰਹਿ ਰਹੀ ਆ।
ਤੇ ਜੇ ਇਸ ਨੂੰ ਛੱਡਤਾ ਤੇ ਉਹਨੇ ਕਿਸੇ ਹੋਰ ਕੰਪਿਊਟਰ ਵਿੱਚ ਜਿੱਥੇ ਉਹਦੀ ਜਗ੍ਹਾ ਹੋਈ ਜਾਂ ਜਿੱਥੇ ਜਗ੍ਹਾ ਮਿਲੀ ਉਸਨੇ ਉੱਥੇ ਜਾ ਕੇ ਜਿਹੜਾ ਆ ਚਲੀ ਜਾਣਾ ਆ। ਸੋ ਇਸ ਕਰਕੇ ਉਸ ਦੇ ਵਾਸਤੇ ਜਿਹੜਾ ਮਾੜਾ ਜਾਂ ਚੰਗਾ ਜਿਹੜਾ ਆਪਾਂ ਫੈਸਲਾ ਕਰਦੇ ਆ, ਦੁੱਖ ਤੇ ਸੁੱਖ, ਉਹ ਅਸੀਂ ਆਪਣੇ ਬਿਹੇਵ ਦੇ ਉੱਤੇ, ਆਪਣੀ ਸੋਚ ਦੇ ਮੁਤਾਬਕ, ਆਪਣੇ ਵਿਚਾਰਾਂ ਦੇ ਮੁਤਾਬਕ, ਆਪਣੀ ਸਮਾਜਿਕ ਰਚਨਾ ਦੇ ਮੁਤਾਬਕ ਕਰਦੇ ਆ। ਜ਼ਰੂਰੀ ਨਹੀਂ ਉਹਦੀ ਅਸਲੀਅਤ ਇਹ ਹੀ ਹੋਵੇ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਕਹਿੰਦੇ ਬੰਦੇ ਨੂੰ ਕਰਮਾਂ ਦੀ, ਇਹਦਿਆਂ ਦੀ ਸਜ਼ਾ ਨਹੀਂ ਮਿਲੀ, ਇਹਨੇ ਕੰਮ ਬੜੇ ਮਾੜੇ ਕੀਤੇ ਆ। ਯਾਦ ਰੱਖਿਓ, ਜਿਸ ਦਿਨ ਉਸਨੇ ਇੱਕ ਮਾੜਾ ਕਰਮ ਕਰ ਦਿੱਤਾ, ਮੰਨ ਲਓ ਕਿ ਉਸਨੇ ਕਿਸੇ ਦਾ ਕਤਲ ਕਰ ਦਿੱਤਾ ਆ, ਤੇ ਉਹ ਕਤਲ ਦੀ ਜਿਹੜੀ ਇਨਫੋਰਮੇਸ਼ਨ ਆ ਉਸੇ ਟਾਈਮ ਉਸ ਬੰਦੇ ਦੇ DNA ਦੇ ਵਿੱਚ ਸੇਵ ਹੋ ਗਈ ਆ। ਤੇ ਉਹ ਜਿਹੜੀ ਜਦੋਂ ਵੀ ਉਸਦੇ ਗਾਂ ਜਿਹੜੇ ਬੱਚੇ ਪੈਦਾ ਹੋਣੇ ਆ ਉਹਨਾਂ ਦੇ ਵਿੱਚ DNA ਰਾਹੀਂ ਆਟੋਮੈਟਿਕਲੀ ਜਿਹੜੀ ਆ ਉਹ ਸੋਚ ਆ ਉਹ ਅੱਗੇ ਚਲੀ ਜਾਣੀ ਆ ਇਨਫੋਰਮੇਸ਼ਨ। ਤੇ ਪਤਾ ਨਹੀਂ ਕਿਹੜੇ ਟਾਈਮ ਉਸ ਬੱਚੇ ਨੂੰ ਇਦਾਂ ਦਾ ਮਾਹੌਲ ਮਿਲ ਜਾਵੇ ਕਿ ਜਿਹੜੀ ਉਹਦੀ ਇਨਫੋਰਮੇਸ਼ਨ ਆ ਉਹਨੂੰ ਸਾਹਮਣੇ ਸਕਰੀਨ ਤੇ ਆਉਣ ਦਾ ਸਮਾਂ ਮਿਲ ਜਾਵੇ, ਵਕਤ ਮਿਲ ਜਾਵੇ, ਤੇ ਉਹ ਬੱਚਾ ਵੀ ਕੱਲ ਨੂੰ ਕਤਲ ਕਰ ਸਕਦਾ ਆ। ਕਈ ਵਾਰੀ ਆਪਾਂ ਅਕਸਰ ਸੁਣਿਆ ਕਿ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਇਹਨਾਂ ਦੇ ਖਾਨਦਾਨ ਦੇ ਵਿੱਚ ਇਦਾਂ ਦਾ ਬੰਦਾ ਤਾਂ ਕੋਈ ਹੈ ਨਹੀਂ ਸੀ, ਪਰ ਇਹ ਬੰਦਾ ਜਿਹੜਾ ਆ ਉਹਨਾਂ ਸਾਰਿਆਂ ਨੂੰ ਵੱਖਰੇ ਸੁਭਾਅ ਦਾ। ਉਹਦਾ ਕਾਰਨ ਇਹ ਹੀ ਆ ਕਿ ਸਾਡੇ DNA ਦੇ ਵਿੱਚ ਪਿੱਛੇ ਜਾ ਕੇ ਕਿਤੇ ਨਾ ਕਿਤੇ ਉਸ ਗੁਣ ਵਾਲਾ ਜਿਹੜਾ ਇਨਸਾਨ ਹੈ ਜ਼ਰੂਰ ਹੁੰਦਾ ਆ। ਤੇ ਉਸ ਗੁਣ ਨੂੰ ਜਦੋਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਮਿਲਦੀਆਂ ਕਿ ਉਹ ਉਜਾਗਰ ਹੋ ਜਾਵੇ ਤੇ ਉਹ ਗੁਣ ਉਜਾਗਰ ਹੋ ਜਾਂਦਾ, ਭਾਵ ਕਿ ਜਦੋਂ ਕਰਮ ਕਿਸੇ ਨੇ ਕੀਤਾ ਉਹਦੀ ਸਜ਼ਾ ਉਸਨੂੰ ਉਸੇ ਵਕਤ ਹੀ ਮਿਲ ਗਈ ਆ ਕਿ ਉਹਦੇ DNA ਦੇ ਵਿੱਚ ਸੇਵ ਹੋ ਗਿਆ ਆ, ਤੇ ਉਹ ਜਿਹੜਾ ਕਰਮ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਅੱਗੇ ਤੁਰਿਆ ਜਾਣਾ ਆ ਉਹ। ਤੇ ਇਹਦੀਆਂ ਹੋਰ ਵੀ ਬਹੁਤ ਸਾਰੀਆਂ ਆਪਾਂ ਉਦਾਹਰਨਾਂ ਜਿਹੜੀਆਂ ਵੀਰ ਸਮਝਦੇ ਨੇ, ਜਿਗਿਆਸੂ ਨੇ, ਉਹ ਇਸ ਗੱਲ ਨੂੰ ਸਮਝ ਸਕਦੇ ਆ। ਸਾਨੂੰ ਲੱਗਦਾ ਆ ਕਿ ਸਾਹਮਣੇ ਬੈਠਾ ਬੰਦਾ ਬੜਾ ਸੁਖੀ ਆ ਜਦੋਂ ਉਹਨੂੰ ਸਮਾਜਿਕ ਪੱਧਰ ਦੇ ਉੱਪਰ, ਕਾਨੂੰਨੀ ਪੱਧਰ ਦੇ ਉੱਪਰ ਕੋਈ ਸਜ਼ਾ ਨਹੀਂ ਮਿਲੀ ਤੇ ਉਹ ਅਸੀਂ ਕਹਿੰਦੇ ਕਿ ਰੱਬ ਨੇ ਬੇਨਿਆਈ ਕੀਤੀ ਆ। ਪਰ ਇਹਦੇ ਵਿੱਚ ਜਿਹੜਾ ਆ ਸਮਾਜਿਕ ਬਣਤਰ ਸਾਡੀ ਆ, ਅਸੀਂ ਜਿਹੜੀ ਆ ਆਪਣੇ ਭੌਤਿਕ ਚੀਜ਼ਾਂ ਦੇ ਨਾਲ ਬਾਹਰ ਬਣਾਈ ਆ, ਜਿਹੜੀ ਸਾਡੇ ਕਹਿ ਲਓ ਕਿ ਸਿਸਟਮ ਦੇ ਵਿੱਚ ਸਾਡਾ ਪ੍ਰੋਗਰਾਮ ਆ, ਉਸ ਪ੍ਰੋਗਰਾਮ ਦੇ ਨਾਲ ਜਿਹੜੇ ਐਕਸ਼ਨ ਕੀਤੇ ਆ ਉਹਦੇ ਨਾਲ ਜਿਹੜੀ ਆ ਉਹ ਚੀਜ਼ ਹੋਂਦ ਵਿੱਚ ਆਈ ਆ। ਜਿਵੇਂ ਕਿ ਹੁਣ ਤੁਸੀਂ ਸੋਚ ਲਓ ਕਿ ਇੱਕ ਗੱਡੀ ਆ, ਗੱਡੀ ਦੇ ਵਿੱਚ ਇੰਜਣ ਪੈ ਕੇ ਰੱਖ ਦਿੱਤਾ ਆ, ਗੱਡੀ ਦੇ ਉੱਤੇ ਗੇਅਰ ਵੀ ਜਿਹੜੇ ਆ ਉਹ ਲੱਗ ਗਏ ਆ, ਤੇ ਉਸ ਤੋਂ ਬਾਅਦ ਸੜਕਾਂ ਵੀ ਬਣ ਗਈਆਂ ਆ। ਹੁਣ ਜਿਹੜਾ ਗੱਡੀ ਚਲਾਉਣ ਨੂੰ ਬੈਠਾ ਹੋਇਆ ਇਹ ਉਹਦੀ ਜਾਣਕਾਰੀ ਦੇ ਉੱਪਰ ਨਿਰਭਰ ਕਰਦਾ ਆ ਕਿ ਉਹ ਅਗਲਾ ਗੇਅਰ ਲਾਉਂਦਾ ਆ ਕਿ ਪਿਛਲਾ ਗੇਅਰ ਲਾਉਂਦਾ ਆ, ਉਹ ਗੱਡੀ ਨੂੰ ਸੜਕ ਤੇ ਚਲਾਉਂਦਾ ਆ ਕਿ ਉਹ ਜਿਹੜੇ ਪਿਛਲੀ ਕੰਧ ਵਿੱਚ ਮਾਰਦਾ ਆ, ਜਾਂ ਉਹ ਜਿਹੜੀ ਗੱਡੀ ਆਪਣੀ ਕਿਸੇ ਮੰਜ਼ਿਲ ਤੇ ਪਹੁੰਚਣ ਵਾਸਤੇ ਵਰਤਦਾ ਆ, ਜਾਂ ਉਹ ਗੱਡੀ ਕਿਸੇ ਦੇ ਉੱਪਰ ਚਾੜਨ ਵਾਸਤੇ ਵਰਤਦਾ ਆ। ਉਹਦੇ ਵਿੱਚ ਉਸ ਗੱਡੀ ਦੇ ਵਿੱਚ ਜਿਹੜੀ ਤਾਕਤ ਆ, ਜਿਹੜੀ એનર્ਜੀ ਆ, ਉਹਦਾ ਇਸ ਨਾਲ ਕੋਈ ਸੰਬੰਧ ਨਹੀਂਗਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਆ, ਜਿਹੜੀ ਸਾਡੀ ਜੀਵਨ ਊਰਜਾ ਆ, ਉਹਦਾ ਜਿਹੜਾ ਅਸੀਂ ਕਿਵੇਂ ਕਰਦੇ ਆ, ਬਾਹਰ ਦੇ ਆਪਣੇ ਐਕਸ਼ਨ ਕੀ ਨੇ, ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ। ਲੇਕਿਨ ਜੋ ਵੀ ਅਸੀਂ ਕਰਨਾ ਉਹ ਇਹਦੇ ਵਿੱਚ ਸੇਵ ਹੋ ਜਾਣਾ ਤੇ ਅਸੀਂ ਆਪਣੀਆਂ ਨਸਲਾਂ ਨੂੰ ਅੱਗੇ ਦੇ ਦੇਣਾ ਆ। ਦੂਸਰਾ ਕਿ ਸਾਨੂੰ ਕਿਸੇ ਦੀ ਜਿਹੜੀ ਆਪਣੀ ਸਜ਼ਾ ਆ, ਜਦੋਂ ਅਸੀਂ ਬਾਹਰੋਂ ਦੇਖ ਕੇ ਆਪਾਂ ਗੱਲ ਕੀਤੀ ਆ ਵੀ ਉੱਤੇ ਫੈਸਲਾ ਕਰ ਲੈਂਦੇ ਆ ਕਿ ਸਜ਼ਾ ਮਿਲੀ ਕਿ ਨਹੀਂ ਮਿਲੀ, ਪਰ ਅਸੀਂ ਕਿਸੇ ਦੇ ਵੀ ਅੰਦਰ ਦੀ ਗੱਲ ਨਹੀਂ ਜਾਣਦੇ ਕਿ ਅੰਦਰੋਂ ਉਹ ਉਸ ਆਪਦੇ ਕੀਤੇ ਹੋਏ ਐਕਸ਼ਨ ਨਾਲ, ਕੀਤੇ ਹੋਏ ਕਰਮ ਨਾਲ ਕਿੰਨਾ ਡਿਸਟਰਬ ਹੋਇਆ ਆ। ਕੀ ਉਹ ਉਸ ਤੋਂ ਬਾਅਦ ਕੋਈ ਸੁੱਖ ਦੀ ਰਾਤ ਨੀਂਦ ਸੌਂ ਸਕਿਆ ਆ? ਸਾਨੂੰ ਲੱਗਦਾ, ਅਸੀਂ ਮਾਪਦੇ ਆ ਕਿ ਉਸ ਬੰਦੇ ਨੇ ਕੋਈ ਕਰਮ ਕਰਕੇ ਬੜਾ ਪੈਸਾ ਇਕੱਠਾ ਕਰ ਲਿਆ ਆ, ਉਸ ਪੈਸੇ ਦਾ ਉਹਨੂੰ ਸੁੱਖ ਮਿਲ ਰਿਹਾ ਆ, ਲੇਕਿਨ ਐਕਚੁਅਲੀ ਕੀ ਉਹਨੂੰ ਵਾਕਿਆ ਹੀ ਸੁੱਖ ਮਿਲ ਰਿਹਾ ਉਹ ਕੌਣ ਜਾਣਦਾ? ਉਹ ਇਕੱਲਾ ਹੀ ਇੱਕ ਉਹ ਬੰਦਾ ਜਾਣਦਾ, ਜਾਂ ਉਸ ਦੇ ਅੰਦਰ ਵਾਲੀ ਜਿਹੜੀ ਊਰਜਾ ਆ, ਜੀਵਨ ਊਰਜਾ ਆ, ਉਹਨੂੰ ਪਤਾ ਆ ਕਿ ਉਹ ਕਿਹੜੇ ਐਕਸ਼ਨ ਕਰ ਰਿਹਾ ਆ। ਉਸ ਤੋਂ ਕੁਝ ਵੀ ਲੁਕਿਆ ਹੋਇਆ ਨਹੀਂਗਾ। ਉਹਦੇ ਐਕਸ਼ਨਾਂ ਦਾ ਫੈਸਲਾ ਜਿਹੜਾ ਆ ਕੀਤਾ ਹੋਇਆ, ਉਹਦੀ ਸਜ਼ਾ ਆਪਣੇ ਅੰਦਰੋਂ ਅੰਦਰ ਉਹ ਭੁਗਤ ਰਿਹਾ ਆ। ਉਹ ਸਜ਼ਾ ਜਿਹੜੀ ਆ ਉਸ ਨੂੰ ਨੀਂਦ ਨਹੀਂ ਆਉਣ ਦਿੰਦੀ, ਉਹ ਸਜ਼ਾ ਉਸ ਦਾ ਸੁਭਾਅ ਚਿੜਚਿੜਾ ਬਣਾ ਦਿੰਦੀ ਆ। ਉਸ ਸੁਭਾਅ ਦੇ ਮੁਤਾਬਕ ਉਹ ਆਪਣੇ ਪਰਿਵਾਰ ਨਾਲ ਝਗੜੇ ਕਰਦਾ, ਆਪਣੇ ਰਿਸ਼ਤੇਦਾਰਾਂ ਨਾਲ ਝਗੜੇ ਕਰਦਾ, ਸਾਰੇ ਉਸ ਤੋਂ ਪਰੇ ਹੋ ਜਾਂਦੇ ਆ, ਉਸ ਨੂੰ ਛੱਡ ਦਿੰਦੇ ਆ। ਉਸ ਤੋਂ ਬਾਅਦ ਫੇਰ ਵੀ ਉਹ ਆਪਣੇ ਅੰਦਰ ਡਿਸਟਰਬ ਰਹਿੰਦਾ ਆ, ਉਸ ਨੂੰ ਦਵਾਈਆਂ ਲੈਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਤੇ ਜਦੋਂ ਦਵਾਈਆਂ ਲੈ ਕੇ ਵੀ ਨੀਂਦ ਆਉਣੋਂ ਹਟ ਜਾਂਦੀ ਆ, ਫਿਰ ਅੰਦਰ ਵਾਲਾ ਜਿਹੜਾ ਉਹਦਾ ਉਹ ਦੁੱਖ ਉਹਦੇ ਅੰਦਰ ਹੁੰਦਾ ਆ, ਉਹਦੀਆਂ ਕੀਤੇ ਹੋਏ ਕਰਮਾਂ ਦਾ, ਉਹ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਰੂਪ ਵਿੱਚ ਜਿਹੜਾ ਆ ਉਹ ਬਾਹਰ ਆ ਜਾਂਦਾ ਆ, ਤੇ ਉਸ ਨੂੰ ਜਿਹੜਾ ਆ ਆਪਣਾ ਸਰੀਰ ਆ, ਜਿਹੜਾ ਇਹ ਕੰਪਿਊਟਰ ਆ, ਉਹ ਛੱਡਣਾ ਪੈਂਦਾ ਆ ਆਪਣਾ ਸਰੀਰ।
ਤੇ ਅਸੀਂ ਸਮਝਦੇ ਕਿ ਉਹਨੂੰ ਸਜ਼ਾ ਨਹੀਂ ਮਿਲੀ, ਪਰ ਐਕਚੁਅਲੀ ਉਹ ਸਜ਼ਾ ਭੁਗਤ ਰਿਹਾ ਹੁੰਦਾ ਜਦੋਂ ਅਸੀਂ ਇਹ ਸੋਚ ਰਹੇ ਹੁੰਦੇ ਕਿ ਉਹ ਸਜ਼ਾ ਨਹੀਂ ਕੱਟ ਰਿਹਾ। ਤੇ ਉਸ ਤੋਂ ਅੱਗੇ ਗੱਲ ਆ ਜਾਂਦੀ ਹੈ ਕਿ ਜੇ ਇਹ ਸਰੀਰ ਦਾ ਨਾਸ ਹੋ ਜਾਵੇ, ਖਤਮ ਹੋ ਜਾਵੇ, ਤੇ ਉਸ ਊਰਜਾ ਨੂੰ ਜਿਹੜਾ ਆ ਕੋਈ ਫਰਕ ਨਹੀਂ ਪੈਂਦਾ। ਉਹ ਪਹਿਲਾਂ 20 ਕਾਂਸਟੈਂਟ ਸੀ, ਹੁਣ 20 ਕਾਂਸਟੈਂਟ ਆ, ਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਂਸਟੈਂਟ ਹੀ ਰਹਿਣੀ ਆ। ਇਸ ਕਰਕੇ ਉੱਥੇ ਕੋਈ ਫਰਕ ਨਹੀਂ ਪੈਂਦਾ। ਸਾਨੂੰ ਲੱਗਦਾ ਆ ਸਾਡੀ ਆਪਣੀ ਜਿਹੜੀ ਕਹਿ ਲਓ ਕਿ ਸਾਡੇ ਆਪਣਾ ਮਾਈਂਡ ਆ, ਸਾਡੇ ਅੰਦਰ ਜਿਹੜਾ ਸਿਸਟਮ ਅਸੀਂ ਵਿਚਾਰਾਂ ਨੂੰ ਇਕੱਠੇ ਕਰਕੇ ਬਣਾ ਲਿਆ ਆ, ਉਹ ਸਾਨੂੰ ਕਹਿੰਦਾ ਆ ਕਿ ਕੋਈ ਫਰਕ ਨਹੀਂ ਪੈ ਰਿਹਾ। ਤੇ ਇਹ ਸੀ ਵੀਰ ਆਪਣੀਆਂ ਗੱਲਾਂ ਦੇ ਜਿਹੜੇ ਸੰਖੇਪ ਦੇ ਵਿੱਚ ਜਵਾਬ। ਮੈਂ ਕੋਸ਼ਿਸ਼ ਕੀਤੀ ਆ ਕਿ ਗੱਲ ਨੂੰ ਜਿਹੜਾ ਆ ਵੱਧ ਤੋਂ ਵੱਧ ਖੋਲ ਕੇ ਤੁਹਾਡੇ ਨਾਲ ਸਾਂਝੀ ਕਰਾਂ। ਉਮੀਦ ਕਰਦਾ ਆ ਕਿ ਬਹੁਤ ਸਾਰੇ ਵੀਰਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੋਊਗੀ। ਇਸ ਤੇ ਬਹੁਤ ਅੱਗੇ ਪੜਾ ਰਹੇ। ਹੁਣ ਤੱਕ ਤਾਂ ਆਪਾਂ ਇਹਨੂੰ ਜਿਹੜਾ ਆ 3 ਹਿੱਸਿਆਂ ਵਿੱਚ ਵੰਡ ਕੇ ਦੇਖਿਆ ਆ। ਇੱਕ ਬਿਜਲੀ, ਜਿਹਨੂੰ ਆਪਾਂ ਜੀਵਨ ਊਰਜਾ ਦੇ ਰੂਪ ਵਿੱਚ ਦਿੱਤਾ ਜੇ ਕੰਪਿਊਟਰ ਨੂੰ ਲਈਏ ਤਾਂ। ਦੂਸਰਾ ਆਪਾਂ ਜਿਹੜਾ ਆ ਮਾਈਂਡ, ਜਿੱਥੇ ਸਾਰੀਆਂ ਜਾਣਕਾਰੀਆਂ, ਸਾਰੇ ਵਿਚਾਰ, ਚਾਹੇ ਉਹ DNA ਵਿੱਚ ਆਏ ਆ, ਚਾਹੇ ਅਸੀਂ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਇਕੱਠੇ ਕੀਤੇ ਆ, ਉਹ ਇਕੱਠੇ ਹੁੰਦੇ ਆ। ਉਹਨਾਂ ਤੋਂ ਬਾਅਦ ਜਿਹੜਾ ਆ ਉਹਨਾਂ ਵਿਚਾਰਾਂ ਦੇ ਹਿਸਾਬ ਦੇ ਨਾਲ ਅਗਲਾ ਐਕਸ਼ਨ ਜਿਹੜਾ ਆ ਉਹ ਸਾਨੂੰ ਸਕਰੀਨ ਦੇ ਉੱਪਰ ਦਿਸਦਾ, ਭਾਵ ਇਸ ਦੁਨੀਆ ਦੇ ਉੱਪਰ ਦਿਸਦਾ ਆ, ਤੇ ਅਸੀਂ ਉਸ ਹਿਸਾਬ ਦੇ ਨਾਲ ਜਿਹੜਾ ਬਾਹਰ ਆਪਣਾ ਵਿਵਹਾਰ ਕਰਦੇ ਆ। ਠੀਕ ਹੈ ਜੀ। ਮੇਰਾ ਖਿਆਲ ਹੈ ਕਿ ਆਪਣੀ ਗੱਲ ਜਿਹੜੀ ਆ ਕਾਫੀ ਹੱਦ ਤੱਕ ਜਿਹੜੀ ਆ ਉਹ ਕੰਪਲੀਟ ਹੋ ਗਈ ਆ। ਤੇ ਫਿਰ ਵੀ ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਆ ਵੀਡੀਓ ਦੇਖਣ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਉਹ ਸਾਨੂੰ ਕਰ ਸਕਦੇ ਆ। ਸਾਡੀ ਕੋਸ਼ਿਸ਼ ਹੋਊਗੀ ਕਿ ਬਿਲਕੁਲ ਜ਼ਾਬਤੇ ਵਿੱਚ ਰਹਿ ਕੇ, ਬਿਲਕੁਲ ਬਿਨਾਂ ਕਿਸੇ ਭੜਕਾਟ ਤੋਂ, ਬਿਨਾਂ ਕਿਸੇ ਨਾਲ ਬਦਤਮੀਜ਼ੀ ਕੀਤੇ ਤੋਂ, ਬਿਨਾਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਤੋਂ ਅਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੀਏ। ਤੇ ਸੋ ਇਹ ਸੀ ਅੱਜ ਦੀ ਗੱਲਬਾਤ। ਤੇ ਬੋਲਦਿਆਂ ਸ਼ਾਇਦ ਕੋਈ ਲਫ਼ਜ਼ ਇਹੋ ਜਿਹਾ ਕਿਹਾ ਗਿਆ ਹੋਵੇ ਜਿਹੜਾ ਤੁਹਾਨੂੰ ਪਸੰਦ ਨਾ ਆਇਆ ਹੋਵੇ। ਉਹਦੇ ਵਾਸਤੇ ਮੈਂ ਤੁਹਾਡੇ ਸਾਰਿਆਂ ਦੇ ਕੋਲੋਂ ਦੋਨੇ ਹੱਥ ਜੋੜ ਕੇ ਜਿਹੜੀ ਆ ਮਾਫੀ ਮੰਗਦਾ ਆ ਜੀ। ਤੇ ਆਪਾਂ ਅਗਲੀ ਵਾਰੀ ਮਿਲਦੇ ਆ ਇਸੇ ਟੌਪਿਕ ਨੂੰ ਅੱਗੇ ਤੋਰਨ ਵਾਸਤੇ। ਅਗਲੀ ਵੀਡੀਓ ਬਣਾਵਾਂਗੇ, ਵਿੱਚ ਵਿਚਾਲੇ ਕੁਝ ਹੋਰ ਵੀਡੀਓ ਵੀ ਆਪਣੇ ਕੋਲ ਹੋਈਆਂ ਤਾਂ ਆਪਾਂ ਜ਼ਰੂਰ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਸਮੇਂ ਨੇ ਇਜਾਜ਼ਤ ਦਿੱਤੀ ਤਾਂ। ਹੁਣ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।